ਮੇਰੇ ਪਿਆਰੇ ਦੋਸਤੋ, ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਵਿਟਾਮਿਨ ਬਾਰੇ ਗੱਲ ਕਰ ਰਹੇ ਹਾਂ। ਇਹ ਵਿਟਾਮਿਨ ਸਾਨੂੰ ਸਾਡੀ ਐਵੋਲੂਸ਼ਨ ਨੇ ਨਕਾਰ ਦਿੱਤਾ ਔਰ ਸਾਡੇ ਲਈ ਇਹ ਮਜਬੂਰੀ ਬਣਾ ਦਿੱਤੀ ਕਿ ਅਸੀਂ ਇਹਨੂੰ ਐਜ਼ ਏ ਵਿਟਾਮਿਨ ਯੂਜ਼ ਕਰੀਏ। ਇਹ ਵਿਟਾਮਿਨ ਦਾ ਮੋਲੀਕਿਊਲ ਸਾਡਾ ਇੱਕ ਅੰਗ ਸੀ ਜਿਹੜਾ ਕਿ ਟਾਈਮ ਦੇ ਨਾਲ ਐਵੋਲੂਸ਼ਨ ਦੇ ਨਾਲ ਸਾਡੇ ਤੋਂ ਖੁੱਸ ਗਿਆ ਤੇ ਸਾਨੂੰ ਇੱਕ ਜੈਨੇਟਿਕ ਡਿਜ਼ੀਜ਼ ਦੀ ਤਰ੍ਹਾਂ ਛੱਡ ਗਿਆ। ਔਰ ਇਹ ਜੈਨੇਟਿਕ ਡਿਜ਼ੀਜ਼ ਕਾਹਦੇ ਲਈ ਹੈ, ਇਹ ਆਪਾਂ ਡਿਸਕਸ ਕਰਾਂਗੇ। ਇਹਨੂੰ ਅਸੀਂ ਵਿਟਾਮਿਨ ਸੀ ਜਾਂ ਐਸਕੋਰਬਿਕ ਐਸਿਡ ਕਹਿੰਦੇ ਆ। ਬਹੁਤ ਜ਼ਮਾਨਾ ਪਹਿਲਾਂ, ਲੱਖਾਂ ਸਾਲ ਪਹਿਲਾਂ ਇਹ ਇਨਸਾਨ ਦੇ ਅੰਦਰ ਹੀ ਬਣਦਾ ਸੀ ਔਰ ਹੌਲੀ ਹੌਲੀ ਇੱਕ ਸਾਡੇ ਜੀਨ ਦੇ ਵਿੱਚ ਮੁਟੇਸ਼ਨ ਹੋਈ ਔਰ ਉਹ ਮੁਟੇਸ਼ਨ ਦੇ ਨਾਲ ਜਿਹੜਾ ਇਸ ਜੀਨ ਦਾ ਕੰਮ ਸੀ, ਇੱਕ ਐਂਜ਼ਾਈਮ ਬਣਾਉਣਾ, ਉਹ ਸਾਡੇ ਤੋਂ ਖੁੱਸ ਗਿਆ ਔਰ ਉਹਦਾ ਨਾਂ ਗੂਲੋ ਨਾਂ ਦਾ ਜੀਨ ਸੀ, ਜਿਹੜਾ ਕਿ ਪ੍ਰਾਈਮੇਟਸ ਦੇ ਵਿੱਚ ਤੇ ਹਿਊਮਨਸ ਦੇ ਵਿੱਚ ਖਤਮ ਹੋ ਗਿਆ। ਇਹ ਜੀਨ ਕਿਹੜਾ ਐਂਜ਼ਾਈਮ ਬਣਾਉਂਦਾ ਹੈ ਜਿਹੜਾ ਕਿ ਸਾਡੇ ਵਿਟਾਮਿਨ ਸੀ ਨੂੰ ਬਣਾਉਣ ਦੇ ਵਿੱਚ ਮਦਦ ਕਰਦਾ ਸੀ, ਉਹਨੂੰ ਅਸੀਂ ਕਹਿੰਦੇ ਆ ਗਲੋਨੋਲੈਕਟੋਨ ਆਕਸੀਡੇਜ਼। ਗਲੋਨੋਲੈਕਟੋਨ ਆਕਸੀਡੇਜ਼ ਨਾਂ ਦਾ ਐਂਜ਼ਾਈਮ, ਜਿਹੜਾ ਕਿ ਸੀਰੀਜ਼ ਦੇ ਵਿੱਚ 5 ਪੌੜੀਆਂ ਦੇ ਉੱਤੇ ਤਾਂ ਇਹ ਸਾਡੇ ਤੇ ਬਣਦਾ ਸੀ ਤੇ 6ਵੇਂ ਪੌੜੇ ਤੇ ਜਾ ਕੇ ਅਸਕੋਰਬਿਕ ਐਸਿਡ ਬਣਨਾ ਸੀ, ਜਿਹਦੇ ਵਿੱਚ ਫਿਰ ਇਸ ਐਂਜ਼ਾਈਮ ਦੀ ਐਬਸੈਂਸ ਕਰਕੇ ਇਹ ਗਲੂਕੋਜ਼ ਜਿਹੜਾ ਹੈ ਉਹ ਐਸਕੋਰਬਿਕ ਐਸਿਡ ਨਹੀਂ ਬਣ ਸਕਿਆ ਔਰ ਸਾਡੇ ਸਰੀਰ ਦੇ ਵਿੱਚ ਇਸ ਮੋਲੀਕਿਊਲ ਦੀ ਕਮੀ ਹੋ ਗਈ ਔਰ ਉਹਦੇ ਕਰਕੇ ਇਹ ਸਾਡੀ ਇੱਕ ਜੈਨੇਟਿਕ ਡਿਜ਼ੀਜ਼ ਬਣ ਗਈ ਔਰ ਇਸ ਜੈਨੇਟਿਕ ਡਿਜ਼ੀਜ਼ ਨੂੰ ਠੀਕ ਕਰਨ ਦੇ ਲਈ ਸਾਨੂੰ ਬਾਹਰੋਂ ਵਿਟਾਮਿਨ ਸੀ ਦੀ ਲੋੜ ਪੈਂਦੀ ਹੈਗੀ ਆ। ਇਹ ਸਿਰਫ ਹਿਊਮਨ ਬੀਇੰਗਸ ਦੇ ਵਿੱਚ ਤੇ ਪ੍ਰਾਈਮੇਟਸ ਦੇ ਵਿੱਚ ਹੀ ਇਹਦੀ ਕਮੀ ਹੋਈ ਆ। ਬਾਕੀ ਐਨੀਮਲਸ ਦੇ ਵਿੱਚ ਇਹਦਾ ਕੋਈ ਕਮੀ ਨਹੀਂ ਹੈ। ਉਹਨਾਂ ਦੇ ਵਿੱਚ ਜੈਨੇਟਿਕ ਮੁਟੇਸ਼ਨ ਨਹੀਂ ਹੋਈ, ਉਹਨਾਂ ਦੇ ਵਿੱਚ ਖਾਸ ਕਰਕੇ ਇਹ ਮਤਲਬ ਹੈਗਾ, ਮਤਲਬ ਐਂਜ਼ਾਈਮ ਜੀਨ ਵੀ ਹੈਗਾ ਆ ਔਰ ਐਂਜ਼ਾਈਮ ਵੀ ਹੈਗਾ ਆ। ਔਰ ਲੋੜ ਮੁਤਾਬਕ ਆਪਣੇ ਸਰੀਰ ਦੇ ਵਿੱਚ, ਆਪਣੇ ਜਿਗਰ ਦੇ ਵਿੱਚ ਤੇ ਆਪਣੇ ਕਿਡਨੀ ਦੇ ਵਿੱਚ ਇਹ ਵਿਟਾਮਿਨ ਸੀ ਦੀ ਮਾਤਰਾ ਵਧਾ ਲੈਂਦੇ ਆ, ਲੋੜ ਮੁਤਾਬਕ ਹੋ ਜਾਂਦੀ ਹੈਗੀ ਆ। ਔਰ ਇਹ ਖਾਸ ਕਰਕੇ ਹਿਊਮਨ ਬੀਇੰਗਸ ਦੇ ਵਿੱਚ, ਪ੍ਰਾਈਮੇਟਸ ਦੇ ਵਿੱਚ, ਕੈਪੀਬਾਰਾ ਦੇ ਵਿੱਚ, ਸਰਟਨ ਫਿਸ਼ ਹੈਗੀ ਆ ਉਹਨਾਂ ਦੇ ਵਿੱਚ ਤੇ ਆਪਣੇ ਗਿਨਾ ਪਿਗ ਦੇ ਵਿੱਚ ਇਹ ਐਂਜ਼ਾਈਮ ਨਹੀਂ ਹੁੰਦਾ, ਇਹ ਜੀਨ ਨਹੀਂ ਹੁੰਦਾ, ਇਸ ਕਰਕੇ ਐਂਜ਼ਾਈਮ ਨਹੀਂ ਬਣਦਾ। ਔਰ ਬਾਕੀ ਐਨੀਮਲਸ ਦੇ ਵਿੱਚ ਲੋੜ ਮੁਤਾਬਕ ਇਹ ਐਂਜ਼ਾਈਮ ਬਣ ਜਾਂਦਾ ਹੈਗਾ ਆ ਔਰ ਇਹ ਐਂਜ਼ਾਈਮ ਜਦੋਂ ਕੋਈ ਐਨੀਮਲ ਸਟ੍ਰੈਸ ਦੇ ਵਿੱਚ ਹੁੰਦਾ ਜਾਂ ਉਹਨੂੰ ਬਹੁਤ ਜ਼ਿਆਦਾ ਟੌਕਸਿਕ ਚੀਜ਼ਾਂ ਉਹਨੇ ਖਾ ਲਈਆਂ ਹੈਗੀਆਂ ਆ, ਉਹਨੂੰ ਮਤਲਬ ਕਾਰਸੀਨੋਜੈਨਿਕ ਚੀਜ਼ਾਂ ਖਾ ਲਈਆਂ ਆ ਜਾਂ ਜ਼ਿਆਦਾ ਪੋਇਜ਼ਨਸ ਉਹਦੇ ਅੰਦਰ ਹੋ ਗਈਆਂ, ਤਾਂ ਉਹਨਾਂ ਦੇ ਨੈਚੁਰਲੀ ਉਹਨਾਂ ਦਾ ਲਿਵਰ ਜਿਹੜਾ ਹੈਗਾ ਆ ਜਾਂ ਕਿਡਨੀ ਹੈਗਾ ਆ, ਉਹ ਇਸ ਤਰ੍ਹਾਂ ਦਾ ਜਿਹੜਾ ਮੋਲੀਕਿਊਲ ਹੈ, ਖਾਸ ਕਰਕੇ ਐਸਕੋਰਬਿਕ ਐਸਿਡ ਦਾ ਐਸਕੋਰਬੇਟ ਜਿਹੜਾ ਹੈ ਉਹ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਔਰ ਉਹ ਮਤਲਬ
ਜਿੰਨੀ ਜ਼ਿਆਦਾ ਪੋਇਜ਼ਨ ਹੋਏਗੀ, ਜਿੰਨੀ ਜ਼ਿਆਦਾ ਟੌਕਸਿਸਿਟੀ ਹੋਏਗੀ, ਉਹਦੇ ਮੁਤਾਬਕ ਹੀ ਓਨਾ ਜ਼ਿਆਦਾ ਉਹਨਾਂ ਦੀ ਬੋਡੀ ਦੇ ਵਿੱਚ ਵਿਟਾਮਿਨ ਸੀ ਜਿਹੜਾ ਹੈ ਐਸਕੋਰਬੇਟ ਬਣਦਾ ਹੈ ਔਰ ਉਹ ਉਹਨੂੰ ਨਿਊਟਰਲਾਈਜ਼ ਕਰ ਦਿੰਦਾ ਹੈਗਾ ਆ। ਇਸ ਲਈ ਉਹਨਾਂ ਦੇ ਬੋਡੀ ਦੇ ਵਿੱਚ ਜਿੰਨੇ ਵੀ ਟੌਕਸਿਕ ਮਟੀਰੀਅਲ ਜਾਂਦਾ ਹੈ ਉਹ ਉਹਨੂੰ ਮਤਲਬ ਸੈਲਫ ਕਿਉਰ ਦੇ ਨਾਲ ਠੀਕ ਕਰ ਦਿੰਦੇ ਹੈ, ਵਿਟਾਮਿਨ ਸੀ ਜਿਹੜਾ ਹੈ ਉਹ ਉਹਨੂੰ ਪੈਦਾ ਕਰਕੇ। ਇਨਸਾਨਾਂ ਦੇ ਵਿੱਚ ਕਿਉਂਕਿ ਇਹ ਬਣਦਾ ਨਹੀਂ ਹੈ ਔਰ ਇਸ ਲਈ ਸਾਨੂੰ ਇਹ ਬਾਹਰੋਂ ਇਸਤੇਮਾਲ ਕਰਨਾ ਪੈਂਦਾ ਹੈਗਾ ਆ। ਤੇ ਜਦੋਂ ਵੀ ਕੋਈ ਐਨੀਮਲ ਸਟ੍ਰੈਸ ਦੇ ਵਿੱਚ ਹੁੰਦਾ ਆ, ਉਹ ਉਸ ਵੇਲੇ ਉਹਨਾਂ ਨੂੰ ਮਤਲਬ ਜ਼ਿਆਦਾ ਉਹਨਾਂ ਦੇ ਬੋਡੀ ਦੇ ਵਿੱਚ ਵਿਟਾਮਿਨ ਸੀ ਐਸਕੋਰਬੇਟ ਬਣਨਾ ਸ਼ੁਰੂ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿ ਬੱਕਰੀ ਹੈ, ਬੱਕਰੀ ਦੇ ਅਗਰ ਉਹ ਸਟ੍ਰੈਸਡ ਹੋ ਜਾਏ ਤਾਂ ਹਿਊਮਨ weight to weight ਦੇ ਮੁਤਾਬਕ ਕੋਈ 54-55 ਗ੍ਰਾਮ ਮਤਲਬ ਉਹਦੇ ਬੋਡੀ ਦੇ ਵਿੱਚ ਐਸਕੋਰਬਿਕ ਐਸਿਡ ਜਿਹੜਾ ਹੈਗਾ ਆ, ਐਸਕੋਰਬੇਟ ਹੈ, ਉਹ ਬਣਦਾ ਹੈਗਾ ਆ। ਸੋ ਇੰਨੀ ਭਾਰੀ ਮਾਤਰਾ ਦੇ ਵਿੱਚ ਇਹ ਐਨੀਮਲਸ ਦੇ ਵਿੱਚ ਐਸਕੋਰਬੇਟ ਬਣਦਾ ਹੈਗਾ ਆ। ਤੇ ਗੁਰੀਲਾਸ ਦੇ ਵਿੱਚ ਇਹ ਕਿਉਂਕਿ ਪ੍ਰਾਈਮੇਟ ਹੈਗਾ ਆ, ਉਹਨਾਂ ਦੀ ਬੋਡੀ ਦੇ ਵਿੱਚ ਇਹ ਮਤਲਬ ਇਹ ਸਬਸਟੈਂਸ ਨਹੀਂ ਬਣਦਾ। ਤੇ ਉਹ ਫਿਰ ਕਿਸ ਤਰ੍ਹਾਂ ਪੂਰਾ ਕਰਦੇ ਹੈਗੇ ਆ, ਉਹ ਖੁਰਾਕ ਦੇ ਵਿੱਚੋਂ, ਪੱਤਿਆਂ ਦੇ ਵਿੱਚੋਂ, ਫਲਾਂ ਦੇ ਵਿੱਚੋਂ, ਫੁੱਲਾਂ ਦੇ ਵਿੱਚੋਂ ਇਹ ਵਿਟਾਮਿਨ ਸੀ ਜਿਹੜਾ ਹੈਗਾ ਆ, ਐਸਕੋਰਬੇਟ ਹੈਗਾ ਆ, ਉਹ ਲੈਂਦੇ ਆ। ਇੱਕ ਰਿਸਰਚ ਦੇ ਮੁਤਾਬਕ ਉਹਨਾਂ ਨੇ ਪਤਾ ਕੀਤਾ ਹੈਗਾ ਆ ਕਿ ਐਟ ਏ ਟਾਈਮ ਕਿਸੇ ਵੀ ਗੋਰੀਲਾ ਦੇ ਵਿੱਚ weight to weight, ਕਿਉਂਕਿ ਉਹਨਾਂ ਦਾ weight ਬਹੁਤ ਜ਼ਿਆਦਾ ਹੁੰਦਾ, ਹਿਊਮਨ weight ਦੇ ਇਕੁਇਵਲੈਂਟ ਕੋਈ 3 ਗ੍ਰਾਮ ਉਹ ਡੇਲੀ ਵਿਟਾਮਿਨ ਸੀ ਜਿਹੜਾ ਹੈਗਾ ਆ ਉਹ ਇਸਤੇਮਾਲ ਕਰਦੇ ਹੈਗੇ ਆ ਗੋਰੀਲਾਸ। ਤੋ ਇਸ ਲਈ 3 ਗ੍ਰਾਮ ਜਿਹੜਾ ਹੈਗਾ ਮਿਨੀਮਮ ਇਨਸਾਨਾਂ ਨੂੰ ਵੀ ਵਰਤਣਾ ਚਾਹੀਦਾ ਹੈ ਤਾਂ ਕਿ ਉਹ ਵੀ ਆਪਣਾ ਨਾਰਮਲ ਜਿਹੜਾ ਹੈ, ਕਿਉਂਕਿ ਇਸ ਤਰ੍ਹਾਂ ਜਦੋਂ ਇਹ ਜੀਨ ਦੀ ਮਿਊਟੇਸ਼ਨ ਹੋਈ ਤਾਂ ਫਿਰ ਇਨਸਾਨਾਂ ਨੇ ਵੀ ਬਾਹਰੋਂ ਮਤਲਬ ਪਲਾਂਟ ਬੇਸਡ ਡਾਈਟ ਦੇ ਨਾਲ ਫਲ ਫੁੱਲ ਖਾ ਕੇ, ਪੱਤੇ ਖਾ ਕੇ ਇਹਦੀ ਘਾਟ ਜਿਹੜੀ ਸੀ ਇਨਸਾਨਾਂ ਨੇ ਵੀ ਪੂਰੀ ਕੀਤੀ। ਪਰ ਆਸਤਾ ਆਸਤਾ ਅਸੀਂ ਉਹ ਖੁਰਾਕ ਭੁੱਲ ਗਏ ਤੇ ਸਾਨੂੰ ਵਿਟਾਮਿਨ ਸੀ ਦੀ ਕਮਜ਼ੋਰੀ ਹੋ ਗਈ ਔਰ ਇਹਦੇ ਨਾਲ ਹੀ ਇੱਕ ਸਦੀ ਪਹਿਲਾਂ ਜਦੋਂ ਮਤਲਬ ਜਹਾਜ਼ ਦੇ ਵਿੱਚ ਸੈਨਾ ਵਗੈਰਾ ਜਾਂਦੀ ਸੀ ਤੇ ਉਹਨਾਂ ਨੂੰ ਵਿਟਾਮਿਨ ਸੀ, ਕਿਉਂਕਿ 2-2 3-3 ਮਹੀਨੇ ਉਹਨਾਂ ਨੂੰ ਸਮੁੰਦਰੀ ਰਸਤੇ ਦੇ ਵਿੱਚ ਜਹਾਜ਼ਾਂ ਦੇ ਵਿੱਚ ਰਹਿਣਾ ਪੈਂਦਾ ਸੀ। ਵਿਟਾਮਿਨ ਸੀ ਦੀ ਕੋਈ ਉਹਨਾਂ ਨੂੰ ਉਸ ਵੇਲੇ ਕੋਈ ਨੌਲੇਜ ਨਹੀਂ ਸੀ ਤੇ ਉਹ ਬਿਨਾਂ ਵਿਟਾਮਿਨ ਸੀ ਤੋਂ ਉਹਨਾਂ ਨੂੰ ਸਕਰਵੀ ਟਾਈਪ ਦੀ ਬਿਮਾਰੀ ਹੋ ਜਾਂਦੀ ਸੀ। ਔਰ ਇਹ ਬਾਅਦ ਦੇ ਵਿੱਚ ਪਤਾ ਲੱਗਾ ਕਿ ਅਗਰ ਸਿਟਰਸ ਫਰੂਟ ਵਗੈਰਾ ਉਹਨਾਂ ਨੂੰ ਦਿੱਤਾ ਜਾਵੇ ਤਾਂ ਉਹ ਉਹਨਾਂ ਦੀ ਜਿਹੜੀ ਇਹ ਬਿਮਾਰੀ, ਇਹ ਲਾਈਮ ਡਿਜ਼ੀਜ਼, ਇਹਨੂੰ ਲਾਈਮ ਡਿਜ਼ੀਜ਼ ਕਹਿਣ ਲੱਗ ਪਏ ਕਿ ਇਹ ਠੀਕ ਹੋ ਜਾਂਦੀ ਹੈਗੀ ਆ। ਸੋ ਉਸ ਵੇਲੇ ਤਾਂ ਇਹ ਪਤਾ ਲੱਗ ਗਿਆ, ਪਰ ਬਾਅਦ ਦੇ ਵਿੱਚ ਵਿਟਾਮਿਨ ਸੀ ਦੀ ਜਦੋਂ ਕਾਢ ਹੋਈ ਤਾਂ ਫਿਰ ਪਤਾ ਲੱਗਾ ਕਿ ਇਹ ਜਿਹੜਾ ਵਿਟਾਮਿਨ ਸੀ ਹੈ ਇਨਸਾਨਾਂ ਦੇ ਵਿੱਚ ਨਹੀਂ ਬਣਦਾ ਪਰ ਐਨੀਮਲਸ ਦੇ ਵਿੱਚ ਇਹ ਬਖੂਬੀ ਬਣਦਾ ਹੈ ਔਰ ਇਹ ਸਾਡੇ ਲਈ ਬਹੁਤ ਜ਼ਰੂਰੀ ਹੈਗਾ ਆ। ਹੁਣ ਖਿਆਲ ਹੁੰਦਾ ਕਿ ਇਹ ਸਾਡੇ ਲਈ ਕਿੱਦਾਂ ਲੈਣਾ ਚਾਹੀਦਾ ਹੈਗਾ ਆ। ਵਿਟਾਮਿਨ ਸੀ ਜਿਹੜਾ ਹੈ ਇਹ ਇੱਕ ਐਂਟੀਆਕਸੀਡੈਂਟ ਹੈਗਾ ਔਰ ਇਹ ਹਰੇਕ ਬਿਮਾਰੀ ਦੇ ਵਿੱਚ ਕੰਮ ਕਰਦਾ ਹੈਗਾ ਆ, ਕਿਉਂਕਿ ਹਰ ਇੱਕ ਬਿਮਾਰੀ ਤਕਰੀਬਨ ਆਕਸੀਡੈਂਟ ਕਰਕੇ ਹੁੰਦੀ ਹੈਗੀ ਆ, ਮੋਲੀਕਿਊਲਰ ਲੈਵਲ ਦੇ ਉੱਤੇ ਆਕਸੀਡੈਂਟ ਦੇ ਕਰਕੇ ਹੁੰਦੀ ਹੈ। ਇਸ ਕਰਕੇ ਇਹ ਜਿਹੜਾ ਵਿਟਾਮਿਨ ਹੈ ਤਕਰੀਬਨ ਹਰ ਬਿਮਾਰੀ ਦੇ ਵਿੱਚ ਇਹ ਕਾਮਯਾਬ ਹੈ। ਉਹ ਵੈਸੇ ਇਹ ਤਕਰੀਬਨ ਕੋਈ 16-17 ਐਸੇ ਐਂਜ਼ਾਈਮਸ ਬੋਡੀ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਐਜ਼ ਏ ਕੋਫੈਕਟਰ ਔਰ ਐਜ਼ ਏ ਸਬਸਟੇਟ ਵੀ ਕੰਮ ਕਰਦਾ ਹੈਗਾ ਆ ਔਰ ਸਾਡੀ ਬੋਡੀ ਨੂੰ ਸਾਡੇ ਨਾਰਮਲ ਰੂਟੀਨ ਦੇ ਵਿੱਚ, ਮੈਟਾਬੋਲਿਜ਼ਮ ਦੇ ਵਿੱਚ ਬਹੁਤ ਹੈਲਪ ਕਰਦਾ ਹੈਗਾ ਆ। ਅਗਰ ਇਹ ਸਾਡੇ ਸਰੀਰ ਦੇ ਵਿੱਚ ਇਹਦੀ ਘਾਟ ਹੋਵੇ ਫਿਰ ਸਾਨੂੰ ਜਿਸ ਤਰ੍ਹਾਂ ਕਿ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਹੈਗੀ ਆ ਸਾਡੇ ਬੋਡੀ ਦੇ ਵਿੱਚ, ਜਿੱਦਾਂ ਕਦੀ ਆਹ ਦੁਖਦਾ ਹੈ, ਕਦੀ ਆਹ ਦੁਖਦਾ ਹੈ, ਕਦੀ ਕੋਈ ਚੀਜ਼ ਦੁਖਣ ਲੱਗ ਪੈਂਦੀ ਹੈ, ਡਿਪਰੈਸ਼ਨ ਹੋ ਜਾਂਦਾ ਹੈਗਾ ਆ।
ਫਿਰ ਕਈ ਤਰ੍ਹਾਂ ਦੇ ਸਕਿਨ ਦੇ ਉੱਤੇ ਪੈਪਿਊਲਸ ਹੋ ਜਾਂਦੇ ਆ, ਕਈ ਵਾਰੀ ਜਿਹੜੇ ਉਹਦੇ ਸਕਿਨ ਦੇ ਵਿੱਚ ਵਾਲ ਹੁੰਦੇ ਆ, ਉਹ ਮੁੜੇ ਹੋਏ ਵਾਲ ਬਣ ਕੇ ਤੇ ਫਿਰ ਦਿਸਣ ਲੱਗ ਪੈਂਦੇ ਹੈਗੇ ਆ। ਤੇ ਫਿਰ ਕੋਇਲਡ ਹੇਅਰ ਜਿਹਨਾਂ ਨੂੰ ਕਹਿ ਦਿੰਦੇ ਹੈਗੇ ਆ। ਫਿਰ ਜਿਹੜਾ ਸਾਡਾ ਜਵਾੜਾ ਹੈਗਾ ਆ, ਉਹ ਸਵੈਲ ਕਰ ਜਾਂਦਾ ਹੈ, ਸੁੱਜ ਜਾਂਦਾ ਹੈਗਾ ਆ, ਉਹਦੇ ਵਿੱਚ ਫਰਾਈਬਲ ਹੋ ਜਾਂਦਾ, ਕਈ ਵਾਰੀ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ। ਫਿਰ ਅਨੀਮੀਆ ਹੋ ਸਕਦਾ ਹੈਗਾ ਆ ਵਿਟਾਮਿਨ ਸੀ ਦੀ ਕਮੀ ਕਰਕੇ। ਫਿਰ ਕਈ ਵਾਰੀ ਪਟੀਕੀਅਲ ਹੈਮਰੇਜ, ਜਿੱਦਾਂ ਡੇਂਗੂ ਦੇ ਵਿੱਚ ਪਟੀਕੀਅਲ ਹੈਮਰੇਜ ਹੁੰਦੇ ਆ, ਇਸ ਤਰ੍ਹਾਂ ਦੇ ਹੈਮਰੇਜ ਵੀ ਇਹਦੀ ਕਮੀ ਕਰਕੇ ਹੋ ਜਾਂਦੇ ਹੈਗੇ ਆ। ਫਿਰ ਕਈ ਵਾਰੀ ਬਹੁਤ ਜ਼ਿਆਦਾ ਲਾਲੀ ਆ ਜਾਂਦੀ ਹੈ, ਪਰਪਿਊਰਾ ਜਿਹੜਾ ਹੈ, ਸਪੌਟਸ ਜਿਹੜੇ ਹੁੰਦੇ ਹੈਗੇ ਆ ਬਲੱਡ ਦੇ, ਉਹ ਸਕਿਨ ਦੇ ਵਿੱਚ ਦਿਖਾਈ ਦਿੰਦੇ ਹੈਗੇ ਆ। ਜੋੜਾਂ ਦੇ ਵਿੱਚ ਦਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਜੋੜਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈਗਾ ਆ। ਤੇ ਜੇ ਕੋਈ ਪੁਰਾਣਾ ਵੂੰਡ ਠੀਕ ਹੋਇਆ ਆ ਆਲਰੇਡੀ, ਉਹ ਕਈ ਵਾਰੀ ਫਟ ਜਾਂਦਾ ਹੈਗਾ ਆ, ਉਹਦੇ ਵਿੱਚ ਦੁਬਾਰਾ ਮਤਲਬ ਜ਼ਖਮ, ਜਿਹੜਾ ਪੁਰਾਣਾ ਜ਼ਖਮ ਹੈਗਾ ਆ, ਉਹ ਫਿਰ ਹਰਾ ਹੋ ਜਾਂਦਾ ਹੈਗਾ ਆ। ਫਿਰ ਸਕਿਨ ਦੇ ਵਿੱਚ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ। ਫਿਰ ਮਸਲਸ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਜਾਂਦੀ ਆ, ਸਬਕੁਟੇਨੀਅਸ ਟਿਸ਼ੂ ਦੇ ਵਿੱਚ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ। ਤੇ ਕਈ ਵਾਰੀ ਹੱਡੀ ਦੇ ਵਿੱਚ ਵੀ ਸਬ ਪੈਰੀਓਸਟੀਅਲ, ਜਿਹੜੀ ਉੱਪਰਲੀ ਤਹਿ ਹੁੰਦੀ ਆ, ਉਹਦੇ ਥੱਲੇ ਵੀ ਕਈ ਵਾਰੀ ਬਲੀਡਿੰਗ ਸ਼ੁਰੂ ਹੋ ਜਾਂਦੀ ਹੈਗੀ ਆ। ਫਿਰ ਕਈ ਵਾਰੀ ਬੁਖਾਰ ਜਿਹੜਾ ਹੈਗਾ ਆ, ਉਹ ਵੀ ਹੋ ਸਕਦਾ ਹੈਗਾ ਆ, ਲੰਬਾ ਬੁਖਾਰ ਜਿਹੜਾ ਹੈਗਾ ਇਹਦੀ ਕਮੀ ਦੇ ਕਰਕੇ। ਫਿਰ ਸਾਹ ਦੀ ਪ੍ਰੋਬਲਮ ਹੋ ਸਕਦੀ, ਸ਼ਾਰਟਨੈਸ ਆਫ ਬ੍ਰੈਥ ਹੋ ਸਕਦੀ ਆ। ਬਹੁਤ ਸਾਰੀਆਂ ਇਨਫੈਕਸ਼ਨਸ ਜਿਹੜੀਆਂ ਹੈਗੀਆਂ ਆ, ਉਹ ਇਹਦੀ ਕਮੀ ਦੇ ਕਰਕੇ ਹੁੰਦੀਆਂ ਆ, ਕਿਉਂਕਿ ਇਹ ਨਿਊਟ੍ਰੋਫਿਲ ਦੇ ਲਈ ਔਰ ਇਮਿਊਨਿਟੀ ਦੇ ਲਈ ਬਹੁਤ ਹੀ ਜਾਣਿਆ ਪਹਿਚਾਣਿਆ ਵਿਟਾਮਿਨ ਹੈਗਾ ਆ। ਫਿਰ ਕਈ ਵਾਰੀ ਫਿਰ ਬਾਅਦ ਦੇ ਵਿੱਚ ਦਿਮਾਗੀ ਪਰੇਸ਼ਾਨੀ ਕਰਕੇ ਕਨਫਿਊਜ਼ਨ ਵੀ ਇਹਦੇ ਕਰਕੇ ਹੋ ਜਾਂਦਾ ਹੈਗਾ ਆ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਵਿਟਾਮਿਨ ਹੈ, ਜਿਹੜਾ ਕਿ ਸਾਨੂੰ ਇਹਦੀ ਇੰਪੋਰਟੈਂਸ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਹੈ। ਫਿਰ ਮੈਂ ਗੱਲ ਕਰ ਰਿਹਾ ਸੀ ਕਿ ਸਾਨੂੰ ਕਿੰਨਾ ਲੈਣਾ ਚਾਹੀਦਾ ਹੈ। ਵੈਸੇ ਤਾਂ ਜਿੰਨੀ ਸਾਡੀ ਪ੍ਰੋਬਲਮ ਹੈਗੀ ਆ, ਉਹਦੇ ਮੁਤਾਬਕ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਫਿਰ ਲੈਣ ਦੀ ਜ਼ਰੂਰਤ ਹੁੰਦੀ ਹੈਗੀ ਆ। ਪਰ ਲਿਨਸ ਪਾਇਲੰਗ ਜਿਹੜਾ ਸੀ 2 ਟਾਈਮਸ, ਉਹਦੇ ਕੋਲ 2 ਨੋਬਲ ਪ੍ਰਾਈਜ਼ ਡਿਫਰੈਂਟ ਸਬਜੈਕਟਸ ਦੇ ਵਿੱਚ ਹੈਗੇ ਆ, ਔਰ ਉਸਨੇ ਇਹ ਦੱਸਿਆ ਹੈਗਾ ਆ ਕਿ ਮਤਲਬ ਤੁਸੀਂ ਅਗਰ ਤੁਹਾਡੀ ਬਾਵਲ ਟੋਲਰੈਂਸ ਹੈਗੀ ਆ, ਕਿਉਂਕਿ ਜਿੰਨੀ ਗੰਭੀਰ ਬਿਮਾਰੀ ਹੋਏਗੀ ਓਨਾ ਹੀ ਇਹ ਤੁਸੀਂ ਟੋਲਰੇਟ ਕਰ ਸਕਦੇ ਹੈਗੇ ਆ। ਕਿਉਂਕਿ ਜੇ ਤੁਸੀਂ ਜ਼ਿਆਦਾ ਲੈਂਦੇ ਆ ਤੇ ਤੁਹਾਨੂੰ ਫਿਰ ਕਈ ਵਾਰੀ ਬਲੋਟਿੰਗ ਹੋ ਜਾਂਦੀ ਆ, ਗੈਸ ਹੋ ਜਾਂਦੀ ਆ, ਤੇ ਡਾਇਰੀਆ ਵੀ ਹੋ ਸਕਦਾ ਹੈਗਾ ਆ। ਪਰ ਜੇ ਤੁਹਾਡੀ ਪ੍ਰੋਬਲਮ ਬਹੁਤ ਜ਼ਿਆਦਾ ਹੈ, ਤੁਹਾਡੇ ਅੰਦਰ ਟੌਕਸਿਸਿਟੀ ਜ਼ਿਆਦਾ ਹੈ, ਤੁਹਾਡੇ ਅੰਦਰ ਇਨਫੈਕਸ਼ਨ ਜ਼ਿਆਦਾ ਹੈ, ਤਾਂ ਤੁਸੀਂ ਕਾਫੀ ਗ੍ਰਾਮਾਂ ਦੇ ਹਿਸਾਬ ਦੇ ਨਾਲ ਇਹ ਤੁਸੀਂ ਲੈ ਸਕਦੇ ਹੈਗੇ ਆ। ਮੈਂ ਆਪਣੀ ਗੱਲ ਕਰਦਾ ਹੈਗਾ ਆ ਕਿ ਜਦੋਂ COVID-19 ਹੋਇਆ ਸੀ ਤੇ ਮੈਨੂੰ ਵੀ ਥੋੜੇ ਬਹੁਤ ਸਿੰਪਟਮਸ ਹੋਏ ਸੀ, ਤੇ ਉਹ ਸਿੰਪਟਮਸ ਤੋਂ ਬਾਅਦ ਮੈਂ ਕੋਈ 9-10 ਗ੍ਰਾਮ ਜਿਹੜਾ ਸੀ ਉਹ ਵਿਟਾਮਿਨ ਸੀ ਦਾ ਇਸਤੇਮਾਲ ਕੀਤਾ, ਤੇ ਉਹਦੇ ਨਾਲ ਮੈਨੂੰ ਕੋਈ ਹੋਰ ਪ੍ਰੋਬਲਮ ਨਹੀਂ ਹੋਈ, ਔਰ ਵਿਦਿਨ ਏ ਡੇ ਔਰ ਇੱਕ ਦਿਨ ਹੀ ਮੈਂ ਰੈਸਟ ਕੀਤੀ, ਔਰ ਦੂਜੇ ਦਿਨ ਆਈ ਵਾਜ਼ ਔਨ ਮਾਈ ਡਿਊਟੀ। ਕੋਈ ਪ੍ਰੋਬਲਮ ਨਹੀਂ ਹੋਈ, ਔਰ 10 ਗ੍ਰਾਮ ਤੱਕ ਮੈਂ ਲੈ ਸਕਿਆ। ਔਰ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੋਵੇ, ਉਹ 20 ਗ੍ਰਾਮ, 50 ਗ੍ਰਾਮ, 100 ਗ੍ਰਾਮ, 200 ਗ੍ਰਾਮ ਤੱਕ ਵੀ ਲੈ ਸਕਦੇ ਆ। ਇਹ ਵਿਟਾਮਿਨ ਸੀ ਇੱਕ ਐਸੀ ਮੋਲੀਕਿਊਲ ਹੈ ਜਿਹਦੀ ਕੋਈ ਸਾਈਡ ਇਫੈਕਟ ਨਹੀਂ ਹੈ, ਔਰ ਸਾਈਡ ਇਫੈਕਟ ਨਾ ਹੋਣ ਦੇ ਕਰਕੇ ਇਹ ਸਾਡੀ ਬੋਡੀ ਦਾ ਇੱਕ ਅੰਸ਼ ਸੀ, ਜਿਹੜਾ ਕਿ ਸਾਡੇ ਤੋਂ ਖੁੱਸ ਗਿਆ ਹੈਗਾ ਆ। ਹੁਣ ਅਸੀਂ ਅਸਕੋਰਬਿਕ ਐਸਿਡ ਲੈਂਦੇ ਆ। ਅਸਕੋਰਬਿਕ ਐਸਿਡ ਪਹਿਲਾਂ ਸਾਡੀ ਬੋਡੀ ਦੇ ਵਿੱਚ ਅਸਕੋਰਬੇਟ, ਇਹਦਾ ਸਾਲਟ ਬਣਦਾ ਸੀ, ਤੇ ਹੁਣ ਅਸੀਂ ਅਸਕੋਰਬਿਕ ਐਸਿਡ ਲੈਂਦੇ ਆ। ਅਸਕੋਰਬਿਕ ਇਹਨੂੰ ਵੀ ਅਸੀਂ ਅਸਕੋਰਬੇਟ ਦੇ ਤੌਰ ਦੇ ਉੱਤੇ ਲੈ ਸਕਦੇ ਹੈਗੇ ਆ, ਔਰ ਇਹ ਸਾਨੂੰ ਤਕਰੀਬਨ ਨਾਰਮਲੀ ਸਾਨੂੰ 2 ਤੋਂ 3 ਗ੍ਰਾਮ ਡੇਲੀ ਲੈਣਾ ਚਾਹੀਦਾ ਹੈਗਾ ਆ, ਤਾਂ ਕਿ ਸਾਨੂੰ ਕੋਈ ਵੀ ਪ੍ਰੋਬਲਮ ਸਾਡੀ ਇਮਿਊਨਿਟੀ ਦੀ, ਸਾਡੀ ਇਨਫੈਕਸ਼ਨ ਦੀ, ਜਾਂ ਸਾਡੇ ਸਰੀਰ ਦੇ ਵਿੱਚ ਅਗਰ ਤੁਸੀਂ ਮਤਲਬ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤੇ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੈਗੇ ਆ।
ਤੇ ਨਾਰਮਲੀ ਕੀ ਹੁੰਦਾ ਆ, ਨਾਰਮਲੀ ਇਹ ਸਾਡਾ ਜਿਹੜਾ ਜਿਗਰ ਹੈਗਾ ਆ, ਉਹ 5 ਪੌੜੀਆਂ ਤੱਕ ਤਾਂ ਇਸ ਐਂਜ਼ਾਈਮ ਇਸ ਮੋਲੀਕਿਊਲ ਨੂੰ ਬਣਾਉਣ ਦੇ ਵਿੱਚ ਹਿੰਮਤ ਕਰਦਾ ਹੈਗਾ ਆ। ਪਰ 6ਵੀਂ ਪੌੜੀ ਤੇ ਆ ਕੇ, ਕਿਉਂਕਿ ਉਹ ਸਾਡਾ ਐਂਜ਼ਾਈਮ ਸਾਡੇ ਤੋਂ ਖੁੱਸ ਗਿਆ ਹੈਗਾ ਆ, ਇਸ ਕਰਕੇ ਉਹ 6ਵੀਂ ਪੌੜੀ ਜਿਹੜੀ ਹੈਗੀ ਆ, ਉਹ ਲਾਸਟ ਦੇ ਵਿੱਚ ਸਾਡੀ ਬੋਡੀ ਦੇ ਵਿੱਚ ਨਹੀਂ ਬਣ ਸਕਦਾ। ਇਸ ਕਰਕੇ ਇਹ ਜਿਹੜਾ ਮੋਲੀਕਿਊਲ ਹੈਗਾ ਅਸਕੋਰਬਿਕ ਐਸਿਡ ਦਾ ਜਾਂ ਵਿਟਾਮਿਨ ਸੀ ਦਾ, ਇਹ ਸਾਨੂੰ ਬਾਹਰੋਂ ਲੈਣਾ ਪੈਂਦਾ ਹੈਗਾ ਆ। ਜਾਂ ਬਾਹਰੋਂ ਅਸੀਂ ਬੇਸ਼ੱਕ ਸਪਲੀਮੈਂਟ ਦੇ ਤੌਰ ਦੇ ਉੱਤੇ ਲੈ ਲਈਏ, ਜਾਂ ਫਿਰ ਅਸੀਂ ਆਪਣੇ ਖੁਰਾਕ ਦੇ ਵਿੱਚ, ਪੌਦਿਆਂ ਦੇ ਵਿੱਚੋਂ, ਸਾਡੇ ਸਿਟਰਸ ਫਰੂਟ ਦੇ ਵਿੱਚ ਬਹੁਤ ਹੁੰਦਾ ਹੈ, ਹੋਰ ਹਰ ਇੱਕ ਫਰੂਟ ਦੇ ਵਿੱਚ ਥੋੜੀ ਬਹੁਤ ਮਾਤਰਾ ਇਹਦੀ ਹੁੰਦੀ ਹੈਗੀ ਆ, ਔਰ ਉਹਦੇ ਵਿੱਚੋਂ ਵੀ ਲੈ ਸਕਦੇ ਆ। ਪਰ ਉਹ ਸਾਨੂੰ ਇੰਨਾ ਗ੍ਰਾਮਾਂ ਦੇ ਵਿੱਚ ਨਹੀਂ ਮਿਲੇਗਾ, ਸਿਰਫ ਮਿਲੀਗ੍ਰਾਮਾਂ ਦੇ ਵਿੱਚ ਮਿਲੇਗਾ। ਨਾਰਮਲੀ RDA ਜਿਹੜੀ ਦਿੱਤੀ ਹੋਈ ਹੈਗੀ ਆ 90 ਮਿਲੀਗ੍ਰਾਮ ਦੀ ਦਿੱਤੀ ਹੋਈ, 90 ਤੋਂ 100 ਮਿਲੀਗ੍ਰਾਮ ਦੀ, ਉਹ ਕੁਝ ਵੀ ਨਹੀਂ ਹੈ। ਉਹ ਸਿਰਫ ਤੇ ਸਿਰਫ ਸਕਰਵੀਨ ਤੋਂ ਬਚਣ ਦੇ ਲਈ ਸਾਨੂੰ ਹੈਗੀ ਆ। ਪਰ ਜਿੱਦਾਂ ਮੈਂ ਇਹਦੇ ਫਾਇਦੇ ਦੱਸੇ ਹੈਗੇ ਆ ਕਿ ਇਹ ਹਰ ਬੋਡੀ ਦੇ ਅੰਗ ਦੇ ਵਿੱਚ ਸਾਡੇ 'ਚ ਸਹਾਈ ਹੁੰਦਾ ਆ, ਔਰ ਹਰ ਤਰ੍ਹਾਂ ਦਾ ਸਾਡੇ ਨਾਲ ਇਹ ਸਹਿਯੋਗ ਕਰਦਾ ਹੈ, ਔਰ ਇਹ ਬਚਾਉਂਦਾ ਹੈ ਸਾਨੂੰ। ਉਹ ਚੀਜ਼ਾਂ ਤੋਂ ਬਚਾਉਣ ਦੇ ਲਈ, ਹਾਰਟ ਅਟੈਕ ਨੂੰ ਬਚਾਉਣ ਦੇ ਵਿੱਚ ਵੀ ਇਹਦਾ ਬਹੁਤ ਰੋਲ ਹੈਗਾ ਆ, ਤੇ ਸਟ੍ਰੋਕ ਨੂੰ ਬਚਾਉਣ ਦੇ ਵਿੱਚ ਵੀ ਇਹਦਾ ਬਹੁਤ ਰੋਲ ਹੈਗਾ ਆ। ਔਰ ਅਗਰ ਅਸੀਂ ਉਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੁੰਦੇ ਆ, ਤਾਂ ਅਸੀਂ ਜਿਸ ਤਰ੍ਹਾਂ ਮੈਂ ਮਾਤਰਾ ਇਹਦੀ ਦੱਸੀ ਹੈ, ਉਹ ਮਾਤਰਾ ਅਸੀਂ ਇਸਤੇਮਾਲ ਕਰ ਸਕਦੇ ਹੈਗੇ ਆ, ਤੇ ਅਸੀਂ ਆਪਣੇ ਆਪ ਨੂੰ ਇਹਦੇ ਵਿੱਚੋਂ ਬਚਾ ਸਕਦੇ ਹੈਗੇ ਆ। ਇਹ ਸਾਡੀ ਚੋਇਸ ਹੈਗੀ ਆ ਕਿ ਅਸੀਂ ਇਸ ਦਾ ਭਰਪੂਰ ਫਾਇਦਾ ਉਠਾਉਣਾ ਹੈ ਜਾਂ ਨਹੀਂ ਉਠਾਉਣਾ। ਔਰ ਮੈਂ ਰਿਕੁਐਸਟ ਕਰਦਾ ਹਾਂ ਕਿ ਸਾਨੂੰ ਇਸ ਵਿਟਾਮਿਨ ਦੀ ਪੂਰੀ ਮਤਲਬ ਮਦਦ ਲੈਣੀ ਚਾਹੀਦੀ ਹੈਗੀ ਆ। ਔਰ ਇਹ ਸਾਡੇ ਸਰੀਰ ਲਈ ਇੱਕ ਜਿਸ ਤਰ੍ਹਾਂ ਦਾ ਇੱਕ ਅੰਗ ਸੀ, ਜਿਹੜਾ ਕਿ ਜੈਨੇਟਿਕ ਮੁਟੇਸ਼ਨ ਕਰਕੇ ਇਹ ਸਾਡੇ ਤੋਂ ਖੁੱਸ ਗਿਆ, ਹੁਣ ਬਾਹਰੋਂ ਅਸੀਂ ਇਹ ਲੈ ਕੇ ਉਹ ਕਾਪਾ ਅਸੀਂ ਪੂਰਾ ਕਰ ਸਕਦੇ ਹੈਗੇ ਆ, ਔਰ ਆਪਣੇ ਸਰੀਰ ਨੂੰ ਅਸੀਂ ਸਿਹਤਮੰਦ ਤੇ ਹੈਲਦੀ ਤੇ ਵਾਈਬ੍ਰੈਂਟ, ਡਾਇਨਾਮਿਕ ਤੇ ਬਹੁਤ ਹੀ ਖੁਸ਼ਹਾਲ ਬਣਾ ਸਕਦੇ ਆ, ਜੇ ਅਸੀਂ ਚਾਹੀਏ ਤਾਂ। ਤੇ ਵਿਟਾਮਿਨ ਸੀ ਬਾਰੇ ਮੈਂ ਇੰਨਾ ਕੁਝ ਦੱਸਦਾ ਹੋਇਆ ਤੁਹਾਤੋਂ ਖਿਮਾ ਦਾ ਜਾਚਕ ਹਾਂ, ਔਰ ਆਸ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋਗੇ, ਪਸੰਦ ਕਰੋਗੇ, ਤੇ ਆਪਣੇ ਕਮੈਂਟਸ ਵੀ ਦਿਓਗੇ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ।